ਜੀ ਵਿਰੋਧ ਕਰ ਰਹੇ ਹੋ ਜਾਂ ਤੁਹਾਨੂੰ ਲੱਗਦਾ ਕਿ ਇਸ ਦੀ ਕੋਈ ਜ਼ਰੂਰਤ ਇਸ ਸਮੇਂ ਹੈ? ਜਿੱਥੋਂ ਮੈਂ ਸ਼ੁਰੂਆਤ ਕੀਤਾ ਸੀ ਕਿ ਯੂਸੀਸੀ ਦੀ ਵਾਕਈ ਕੋਈ ਜ਼ਰੂਰਤ ਭਾਰਤ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਨਹੀਂ ਆ ਰਹੀ? ਦੇਖੋ ਇਦਾਂ ਹੈ, ਜਦ ਅਸੀਂ ਯੂਸੀਸੀ ਦੀ ਗੱਲ ਕਰਦੇ ਆ, ਯੂਨੀਫਾਰਮ ਸਿਵਲ ਕੋਡ ਯਾਨੀ ਕਿ ਸਾਂਝਾ ਕਾਨੂੰਨ ਜਿਹੜਾ ਹੈਗਾ ਜੀ, ਇਹ ਤਿੰਨ ਚੀਜ਼ਾਂ ਨੂੰ ਟੱਚ ਕਰਦਾ ਹੈ ਜਿਹੜੀਆਂ ਕਿ ਬੜੀਆਂ ਇੰਪੋਰਟੈਂਟ ਹੈ। ਤੁਹਾਡੀ ਮੈਰਿਜ, डिसोल्यूशन ऑफ मैरिज यानी कि डिवोर्स, और इनहेरिटेंस के ਜਿਹੜੀ ਤੁਹਾਡੀ ਜਾਇਦਾਦ ਹੈ ਉਹ ਕਿਸ ਤਰੀਕੇ ਦੇ ਨਾਲ ਵੰਡੀ ਜਾਂਦੀ ਹੈ, ਇਹ ਤਿੰਨ ਚਾਰ ਚੀਜ਼ਾਂ ਹੈਗੀਆਂ। ਔਰ ਮੁਸਲਮਾਨ ਜਿਹੜਾ ਹੈਗਾ ਉਹ ਕੁਰਾਨ ਔਰ ਹਦੀਸ ਦੇ ਮੁਤਾਬਿਕ ਜੋ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਚੱਲਦਾ ਹੈ, ਚਾਹੇ ਉਹ ਮੈਰਿਜ ਹੈ, ਚਾਹੇ ਡਿਵੋਰਸ ਹੈ, ਚਾਹੇ ਉਹ ਪ੍ਰਾਪਰਟੀ ਦੀ ਡਿਸਟ੍ਰੀਬਿਊਸ਼ਨ ਹੈ ਜੀ। ਜਿਸ ਵੇਲੇ ਆਪਾਂ ਸਾਂਝੇ ਕਾਨੂੰਨ ਦੀ ਗੱਲ ਕਰਦੇ ਹਾਂ, ਸਾਂਝਾ ਕਾਨੂੰਨ ਦੇ ਅਗੇਂਸਟ एक डिस्कशन जिस वेले संविधान बनया कॉन्स्टिट्यूएंट असैंबली उत्थे भी डिटेल्ड डिस्कशन हुई थी ये बारे, और अल्टीमेटली ये होया कि मुस्लिम पर्सन लॉ कंटिन्यू रहना चाहिए। असल च जब मुस्लिम यूसीसी की गल करते हैं तो मुस्लिम पर्सन लॉ सामने आ जाता है, क्योंकि मुस्लिम पर्सन लॉ 1937 तो चल रहा है और मुसलमाना ने कदे डिमांड नहीं की इहनू चेंज किया जाए। मुसलमाना ने कदे भी ਇਹਦੇ ਅਗੇਂਸਟ ਕੋਈ ਗੱਲ ਨਹੀਂ ਕੀਤੀ और ठीक चल रहा है। और ਜਿਹੜਾ कुरान और हदीस ਦੇ ਵਿੱਚ ਲਿਖਿਆ ਹੋਇਆ ਉਹਦੇ ਮੁਤਾਬਕ ਉਹ ਆਪਣੀ ਜ਼ਿੰਦਗੀ ਨਿਭਾ ਰਹੇ हैं, चाहे वो मैरिज है, चाहे डिवोर्स है, चाहे वो डिस्ट्रीब्यूशन ऑफ इनहेरिटेंस है। ठीक है। ਹੁਣ ਜਿਹੜਾ ਹੈਗਾ ਇਹ ਹੈਗਾ ਇਹਦਾ ਇੱਕ ਚੀਜ਼ ਹੋਰ ਹੈ, ਉਹ ਹੈਗਾ ਆਰਟੀਕਲ 44। ਬਿਲਕੁਲ। ਆਰਟੀਕਲ 44 ਜਿਹੜਾ ਹੈਗਾ ਉਹ ਹੈਗਾ ਜਿਹੜੀ ਕਨਸਟੀਟਿਊਸ਼ਨ ਕਹਿੰਦਾ ਹੈ कि जी स्टेट पॉलिसी इस तरह की होएगी कि कोशिश की जाएगी कि यूनिफॉर्म सिविल कोड लागू किया जाए, यूनिफॉर्म सिविल कोड बनाया जाए। हाँ जी। सुप्रीम कोर्ट ने भी बहुत सारे फैसले किए, इस वेले वाजपेयी सरकार आई उस वेले भी ये कोशिश की गई, लेकिन बाद शेल्फ कर दिता गया। ईवन कुछ साल पहला जो लॉ कमीशन ऑफ इंडिया है उन्हें भी ये गल कही कि डिजायरेबल नहीं है, ना पॉसिबल है। वजह उसकी यह है कि भिन्नतावां इत्थे इन्नियां ज़्यादा, तुसी मिस्र दी गल करदे हो, तुसी आयरलैंड दी गल कर रहे हो, हर सोसाइटी डिफरेंट है। तुसी किसी भी एक सोसाइटी दे कानून जिहड़े हैगे, क्योंकि यूसीसी अमरीका च लागू हो गया, असीं भी लागू करना, कोई आर्गूमेंट नहीं है। आर्गूमेंट ये हैगा कि इस वेले साडी सोसाइटी किस तरह दी है, उस सोसाइटी दे विच क्या डिजायरेबल है। तुहाडे लॉ कमीशन ने क्या कोई डिजायरेबल नहीं है। ये माइनॉरिटीज ये सोचदियां कि अगर यूसीसी लागू होंदा है तो एक मेजोरिटी का कानून लागू होएगा, ना कि ਉਹਦੇ ਵਿੱਚ माइनॉरिटीज दी या माइनॉरिटीज दी सोच ਨੂੰ कोई जगह ਦਿੱਤੀ जाएगी। ਜਿਵੇਂ ਮਨਜੀਤ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਦੀ ਆਪਣੀ ਰਹਿਤ ਮਰਿਆਦਾ ਹੈਗੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਕਿ ਹਿੰਦੂ ਕਨਸੈਪਟ ਜਿਹੜਾ ਹੈਗਾ ਮੈਰਿਜ ਦਾ, ਉਹ ਇੱਕ ਸੈਕਰਾਮੈਂਟ ਹੈ, ਯਾਨੀ ਕਿ ਜਨਮ ਜਨਮਾਂਤਰਾਂ ਦਾ ਰਿਸ਼ਤਾ ਹੈ। ਲੇਕਿਨ ਇਸਲਾਮ ਦੇ ਵਿੱਚ ਮੈਰਿਜ ਇੱਕ ਸਿਵਲ ਕੰਟਰੈਕਟ ਹੈ। ਉਹਨੂੰ ਕਿਸ ਤਰੀਕੇ ਨਾਲ ਤੁਸੀਂ ਇੱਕ ਕਾਨੂੰਨ ਦੇ ਵਿੱਚ ਲੈ ਸਕਦੇ ਹੋ। ਔਰ ਫਿਰ ਇੱਕ ਕਾਨੂੰਨ ਇੱਕ ਦੇਸ਼ ਦੀ ਗੱਲ ਕੀਤੀ ਜਾਂਦੀ ਹੈ ਜੀ। ਕੌਸਲਾਟਰ ਦੇ ਕਾਨੂੰਨ ਅਲੱਗ-ਅਲੱਗ ਸਟੇਟਾਂ 'ਚ ਅਲੱਗ-ਅਲੱਗ ਹੈ ਅੱਜ ਵੀ। ਤੁਸੀਂ ਇਹ ਦੇਖੋ ਵੀ ਆਰਟੀਕਲ 370 ਤੁਸੀਂ ਕਿਹਾ ਖਤਮ ਕਰ ਦਿਓ ਕਿਉਂਕਿ ਇਹ ਦੇਸ਼ ਨੂੰ ਵੰਡਦੀ ਹੈ, ਤਾਂ ਆਰਟੀਕਲ 371 ਖਤਮ ਨਹੀਂ ਕਰਦੇ ਕਿਉਂਕਿ ਉਸ ਹਾਲਾਂਕਿ ਉਹ ਸਪੈਸ਼ਲ ਰਾਈਟਸ ਦਿੰਦੀ ਹੈ ਗੁਜਰਾਤ ਨੂੰ, ਮਹਾਰਾਸ਼ਟਰ ਨੂੰ। आर्टिकल 371 ए नहीं तुसी खत्म कर दे, हालांकि वो स्पेशल राइट्स दिंदी है नागालैंड नो, लेकिन 370 खत्म करना है। ਇਹਦਾ ਮਤਲਬ ਹੈਗਾ ਇੱਕ ਪੋਲੀਟੀਕਲ ਏਜੰਡੇ ਦੇ ਮੁਤਾਬਕ ਤੁਸੀਂ ਚੱਲ ਰਹੇ ਹੋ, ਉਹਦੇ ਵਿੱਚ ਜਨਤਾ ਕੀ ਚਾਹੁੰਦੀ ਹੈ, ਸਟੇਕ ਹੋਲਡਰ ਕੀ ਚਾਹੁੰਦਾ ਹੈ, ਉਹ ਤੋਂ ਬਿਨਾਂ ਪੁੱਛੇ ਵੀ ਮਤਲਬ ਤੁਹਾਨੂੰ ਇਹ ਲੱਗਦਾ ਕਿ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੈਸ ਇਟ ਇਜ਼। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹਨ, क्योंकि ਉਹਦੇ पर एक ਆਪਾਂ लंबी आर्गूमेंट कर सकते हैं ਇਹਨੂੰ ਲੈ ਕੇ। और मैं क्लियरली ये गल कहना चाहना कि ਜਿਹੜੇ पर्सनल राइट्स है, मैरिज ਦਾ, डिवोर्स ਦਾ, ਜਿਹੜਾ ਕਿ ਕਿਸੇ ਦੂਸਰੇ ਨੂੰ ਅਫੈਕਟ ਨਹੀਂ ਕਰਦਾ और एक डाइवर्स सोसाइटी ਦੇ ਵਿੱਚ ਉਹ ਕੰਟੀਨਿਊ ਰਹਿਣਾ ਚਾਹੀਦਾ ਹੈ। ਅਗਰ ਤੁਸੀਂ ਉਹ ਇਸ ਚੀਜ਼ ਨੂੰ ਇੰਪੋਜ਼ ਕਰਦੇ ਹੋ ਤਾਂ ਜਿਹੜੇ ਜਿੰਨੀਆਂ ਵੀ ਮਾਈਨੋਰਿਟੀਜ਼ ਹੈ ਜਾਂ ਇਵਨ ਟ੍ਰਾਈਬਲਸ ਹੈ ਉਹਨਾਂ ਨੂੰ ਆਪਣੇ ਪਰਸਨਲ ਲਾਜ਼ ਤੋਂ, ਆਪਣੇ ਪਰਸਨਲ ਰੀਤੀ ਰਿਵਾਜਾਂ ਤੋਂ ਨਖੇੜ ਰਹੇ ਹੋ ਔਰ ਉਹਨਾਂ ਪਰ ਇੱਕ ਚੀਜ਼ ਇੰਪੋਜ਼ ਕਰ ਰਹੇ ਹੋ, ਇਸ ਕਰਕੇ ਕਿ ਪਾਰਲੀਮੈਂਟ ਦੇ ਵਿੱਚ ਤੁਹਾਡੇ ਕੋਲ ਮੈਜੋਰਿਟੀ ਹੈ। ठीक है, चलो एक होर इंपॉर्टेंट पॉइंट है, मैं तुहाडे कोल वापस आउणा, पर उस तो पहला नारंग साहब दा रुख कर लवां। बीजेपी ਨੂੰ रिप्रेजेंट कर रहे हैं नारंग साहब, ਤੁਹਾਨੂੰ साथ खास तौर ਤੇ ਜਿਹੜੀਆਂ ਘੱਟ ਗਿਣਤੀ ਕਮਿਊਨਿਟੀਜ਼ ਨੇ ਉਹਨਾਂ ਦਾ ਨਹੀਂ ਮਿਲਦਾ ਨਜ਼ਰ ਆ ਰਿਹਾ। ਉਹ ਇਹੀ ਪੁੱਛ ਰਹੇ ਨੇ ਕਿ ਸਭ ਕੁਝ ਠੀਕ ਤਾਂ ਚੱਲ ਰਿਹਾ ਹੈ, ਜ਼ਰੂਰਤ ਕੀ ਹੈ ਇਸ ਚੀਜ਼ ਦੀ? ਆਖਿਰ ਅਜਿਹੀ ਕਿਹੜੀ ਜ਼ਰੂਰਤ ਨਜ਼ਰ ਆ ਰਹੀ ਹੈ ਸੈਂਟਰ ਦੀ ਸਰਕਾਰ ਨੂੰ ਕਿ ਯੂਸੀਸੀ ਦੇ ਉੱਤੇ ਇੰਨਾ ਫੋਕਸ ਕੀਤਾ ਜਾ ਰਿਹਾ ਹੈ?
देखो गौरव जी, ऐसा है कि ਜਿਹੜਾ UCC ਹੈ ਇਹ ਕੋਈ ਭਾਰਤੀ ਜਨਤਾ ਪਾਰਟੀ ਨਹੀਂ ਲਿਆ ਰਹੀ ਜੀ। ਇਹ ਆਰਟੀਕਲ 44 ਦੇ ਵਿੱਚ ਜਿਹੜਾ ਸੰਵਿਧਾਨ ਦਾ ਉਹਦੇ ਚ ਲਿਖਿਆ ਹੋਇਆ, ਔਰ ਉਹ ਸੰਵਿਧਾਨ ਭਾਰਤੀ ਜਨਤਾ ਪਾਰਟੀ ਨੇ ਨਹੀਂ ਬਣਾਇਆ, ਬਾਬਾ ਸਾਹਿਬ ਅੰਬੇਦਕਰ ਨੇ ਬਣਾਇਆ ਜੀ। ਔਰ ਉਹਦੇ ਚ ਵਰਡ ਲਿਖਿਆ ਹੋਇਆ ਕਿ ਸਟੇਟ ਸ਼ੈਲ ਮੇਕ ਐਨ ਐਂਡੇਵਰ ਟੂ ਬ੍ਰਿੰਗ ਦੀ ਯੂਨੀਫਾਰਮ ਸਿਵਲ ਕੋਡ। ਤੇ ਜੇ ਅਸੀਂ ਸੰਵਿਧਾਨ ਦੀ ਪਾਲਣਾ ਕਰ ਰਹੇ ਹਾਂ ਤੇ ਕਿਸੇ ਨੂੰ ਇਤਰਾਜ਼ ਕੀ ਆ? ਦੂਸਰੀ ਗੱਲ ਜਿਹੜੀ ਆ ਕਿ ਹੈ ਕਿ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਕੀ ਆ? ਯੂਨੀਫਾਰਮ ਸਿਵਲ ਕੋਡ ਇਹ ਆ ਕਿ ਰਿਪਲੇਸਮੈਂਟ ਹੋਣੀ ਆ ਪਰਸਨਲ ਲਾਜ਼ ਦੀ ਵਿਦ ਅ ਯੂਨੀਕ ਲਾਅ, ਇਰਰਿਸਪੈਕਟਿਵ ਆਫ ਦੀ ਹਿਸ ਕਾਸਟ, ਹਿਸ ਰਿਲੀਜਨ ਔਰ ਜੈਂਡਰ। ਹੁਣ ਉਹਦੇ ਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਆਪਾਂ ਨੂੰ ਇਹਨੂੰ ਬ੍ਰੌਡਰ ਪਰਸਪੈਕਟਿਵ ਚ ਦੇਖਣਾ ਚਾਹੀਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਨਾਲ ਸਮਝਾਣਾ। ਸਪੋਜ਼ ਆਪਾਂ ਪੰਜਾਬ ਚ ਰਹਿੰਦੇ ਆ, ਪੰਜਾਬ ਦੇ ਵਿੱਚ ਰੈਂਟ ਐਕਟ ਹੋਰ ਆ, ਆਪਾਂ ਯੂਪੀ ਚ ਚਲੇ ਗਏ ਰੈਂਟ ਐਕਟ ਹੋਰ ਆ, ਆਪਾਂ ਮਹਾਰਾਸ਼ਟਰ ਚ ਚਲੇ ਜਾਂਦੇ ਉੱਥੇ ਐਕਟ ਹੋਰ ਆ। ਲੋਕਲ ਐਕਟਸ ਦਾ ਫਰਕ ਆ। ਠੀਕ ਹੈ। ਹੁਣ ਜੇ ਇਨਹੈਰੀਟੈਂਸ ਦਾ ਲਾਅ ਆ, ਪੰਜਾਬ ਦੇ ਵਿੱਚ ਕੁਝ ਹੋਰ ਕਹਿੰਦਾ ਹੋ ਸਕਦਾ, ਉੱਥੇ ਕੁਝ ਹੋਰ ਕਹਿੰਦਾ ਹੋ ਸਕਦਾ। ਸਟੇਟ ਅਮੈਂਡਮੈਂਟਸ ਵੀ ਹੁੰਦੀਆਂ ਨੇ, ਕਾਸਟ ਬੇਸਡ ਅਮੈਂਡਮੈਂਟਸ ਵੀ ਨੇ। ਤੇ ਇੱਕ ਤਾਂ ਇਹ ਬੜਾ ਵੱਡਾ ਫਰਕ ਹੈ ਕਿ ਸਾਰੇ ਕੰਟਰੀ 'ਚ ਸਿਮਿਲਰ ਸਿਵਲ ਲਾਅ ਹੋਊਗਾ, ਸਿਵਲ ਲਾਅ ਹੋਊਗਾ ਤੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਕਨਫਿਊਜ਼ਨ ਨਹੀਂ ਹੋਊਗਾ। ਹੁਣ ਜਿਹੜੀ ਦੂਸਰੀ ਇਹ ਬਾਰ-ਬਾਰ ਗੱਲ ਕਰਦੇ ਨੇ, ਇਹਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਸਪੋਜ਼ ਆਪਾਂ ਇੱਕ ਏਰੀਆ ਦੇ ਵਿੱਚ ਇੱਕ ਹਿੰਦੂ ਫੈਮਿਲੀ ਰਹਿ ਰਹੀ ਹੈ, ਇੱਕ ਮੁਹੰਮਦਨ ਫੈਮਿਲੀ ਰਹਿ ਰਹੀ ਹੈ, ਇੱਕ ਕ੍ਰਿਸਚੀਅਨ ਫੈਮਿਲੀ ਰਹਿ ਰਹੀ ਹੈ, ਔਰ ਇੱਕ ਸਿੱਖ ਫੈਮਿਲੀ ਰਹਿ ਰਹੀ ਹੈ। ਠੀਕ ਹੈ। ਸਾਰਿਆਂ ਦੀ ਇਨਹੈਰੀਟੈਂਸ ਦੇ ਕਾਨੂੰਨ ਅਲੱਗ-ਅਲੱਗ ਨੇ। ਤੇ ਕਿਆ ਉਹਦੇ ਨਾਲ ਸਮਾਜ ਅੱਗੇ ਵੱਧ ਪਾਏਗਾ? ਸਮਾਜ ਦੇ ਵਿੱਚ ਇੱਕ ਵਿਤਕਰਾ ਰਹੇਗਾ ਔਰ ਇੱਕ ਦੂਜੇ ਦੇ ਕਨਵਰਸ਼ਨ ਦੀ ਸੰਭਾਵਨਾ ਜ਼ਿਆਦਾ ਰਹੇਗੀ, ਕਿਉਂਕਿ ਜਿਹੜੇ ਲਾਅ ਦੇ ਵਿੱਚ ਇਨਹੈਰੀਟੈਂਸ ਦਾ ਜਿਹਨੂੰ ਜ਼ਿਆਦਾ ਬੈਨੀਫਿਟ ਹੋਏਗਾ ਉਸ ਲਾਅ 'ਚ ਕਨਵਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਤੇ ਇਸ ਚੀਜ਼ ਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਹੈ। ਫਿਰ ਇਸ ਤੋਂ ਇਲਾਵਾ ਦੇਖੋ, ਜਿਹੜੀ ਗੱਲ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕਹੀ ਕਿ ਹੱਲੇ ਤਾਂ ਇੱਕ ਸੁਝਾਅ ਮੰਗਿਆ 13 ਜੁਲਾਈ ਤੱਕ ਇੱਕ ਸੁਝਾਅ ਮੰਗਿਆ। ਮੈਂ ਖਾਲਿਦ ਜੀ ਨੂੰ ਵੀ ਰਿਕੁਐਸਟ ਕਰੂੰਗਾ, ਮਨਜੀਤ ਜੀ ਨੂੰ ਵੀ ਰਿਕੁਐਸਟ ਕਰੂੰਗਾ ਕਿ ਆਪਣੀ ਆਪਣੀ ਪਾਰਟੀਆਂ ਦੇ, ਆਪਣੀ ਆਪਣੀ ਸੁਸਾਇਟੀਆਂ ਦੇ, ਆਪਣੀ ਆਪਣੀ ਜਥੇਬੰਦੀਆਂ ਦੇ, ਆਪਣੀ ਆਪਣੀ ਰਿਲੀਜੀਅਸ ਤੁਹਾਡੀ ਜਿਹੜੀ ਸੰਸਥਾਵਾਂ ਵਾ ਉਹਦੇ ਤੁਸੀਂ ਸੁਝਾਅ ਕੇਂਦਰ ਨੂੰ ਦਿਓ। ਤੁਸੀਂ ਆਪਣੇ ਜਿਹੜੇ ਤੁਹਾਡੇ ਰਾਈਟ। ਚਲੋ ਨਾਰੰਗ ਸਾਹਿਬ, ਮੈਂ ਤੁਹਾਡੀ ਕਹਾਣੀ ਦੇ ਵਿੱਚ ਇੱਕ ਗੱਲ ਜੋੜਾਂ ਜੋ ਮੈਂ ਮਨਜੀਤ ਜੀ ਔਰ ਖਾਲਿਦ ਸਾਹਿਬ ਤੋਂ ਵੀ ਸਮਝ ਪਾਇਆ ਸੀ। ਇੱਕ ਸੁਸਾਇਟੀ ਹੈ ਜਾਂ ਇੱਕ ਮੁਹੱਲਾ ਹੈ ਜਿਸ ਦੇ ਵਿੱਚ ਇੱਕ ਹਿੰਦੂ ਪਰਿਵਾਰ ਰਹਿ ਰਿਹਾ ਹੈ, ਇੱਕ ਮੁਸਲਮਾਨ ਭਾਈਚਾਰੇ ਦਾ ਪਰਿਵਾਰ ਰਹਿ ਰਿਹਾ, ਇੱਕ ਸਿੱਖ ਪਰਿਵਾਰ ਰਹਿ ਰਿਹਾ ਹੈ, ਇੱਕ ਕ੍ਰਿਸਚੀਅਨ ਪਰਿਵਾਰ ਰਹਿ ਰਿਹਾ, ਤੇ ਜਿਹੜੇ ਹੋਰ ਧਰਮ ਨੇ ਉਹਨਾਂ ਦਾ ਵੀ ਇੱਕ ਪਰਿਵਾਰ ਰਹਿ ਰਿਹਾ। ਉਹ ਸਾਰੇ ਬੜੇ ਹਾਸੀ ਖੁਸ਼ੀ ਰਹਿ ਰਹੇ ਨੇ, ਉੱਥੇ ਸੁਖ ਚੈਨ ਨਾਲ ਰਹਿ ਰਹੇ ਨੇ। ਉੱਥੇ ਵੀ ਲੋੜ ਲੱਗਦੀ ਹੈ ਤੁਹਾਨੂੰ? ਗੌਰਵ ਜੀ, ਤੁਸੀਂ ਗੱਲ ਨੂੰ ਦੂਸਰੇ ਪਾਸੇ ਲੈ ਕੇ ਜਾ ਰਹੇ ਹੋ। ਮੈਂ ਤੁਹਾਨੂੰ ਬ੍ਰੌਡਰ ਸੈਂਸ ਤੇ ਗੱਲ ਕਰ ਰਿਹਾ ਕਿ ਫਿਊਚਰ ਦੇ ਵਿੱਚ ਕੋਈ ਐਸਾ ਡਿਸਪਿਊਟ ਕਿਸੇ ਦਾ ਨਾ ਹੋਵੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਕੋਈ ਭਾਈਚਾਰੇ ਦੇ ਵਿੱਚ ਕੋਈ ਦਿੱਕਤ ਚੱਲ ਰਹੀ ਆ। ਔਰ ਪੰਜਾਬ ਤਾਂ ਸਾਡੇ ਇਸ ਚੀਜ਼ ਤੇ ਮਿਸਾਲ ਆ ਕਿ ਅਸੀਂ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਸਾਰੇ ਇਕੱਠੇ ਰਹਿੰਦੇ ਆ। ਉਹੀ ਤੁਹਾਡਾ ਪੁਆਇੰਟ ਨਹੀਂ ਪਕੜ ਪਾਇਆ। ਮੈਂ ਸੋਚ ਰਿਹਾ ਕਿ ਸ਼ਾਇਦ ਦਰਸ਼ਕਾਂ ਨੂੰ ਵੀ ਨਾ ਸਮਝ ਆਇਆ ਹੋਵੇ। ਗੱਲ ਇਹ ਹੈ ਨਾ ਕਿ ਜੇ ਤੁਸੀਂ ਮੈਨੂੰ ਗੱਲ ਮੇਰੀ ਕੰਪਲੀਟ ਕਰ ਲਓ ਸਰ ਤੁਸੀਂ। ਜਿਹੜੀ ਗੱਲ ਮਨਜੀਤ ਸਿੰਘ ਜੀ ਕਹਿ ਰਹੇ ਸੀ ਨਾ, ਮੈਂ ਤੁਹਾਨੂੰ ਉਹਦੇ ਤੇ ਲਿਆ ਰਿਹਾ ਸੀਗਾ। ਮਨਜੀਤ ਸਿੰਘ ਜੀ ਨੇ ਗੱਲ ਕੀਤੀ ਕਿਸੇ ਦੇ ਜਨਮ ਮਰਨ ਦੇ ਰੀਤ ਰਿਵਾਜ ਦੀ। ਉਹਨੂੰ ਤਾਂ ਇਸ ਯੂਨੀਫਾਰਮ ਸਿਵਲ ਕੋਡ ਦੇ ਨਾਲ ਕੋਈ ਫਰਕ ਨਹੀਂ ਪੈਣਾ ਨਾ ਜੀ। ਜੇ ਮੁਹੰਮਦਨ ਆ, ਉਹਦਾ ਮੁਹੰਮਦਨ ਰੀਤੀ ਰਿਵਾਜ ਦੇ ਨਾਲ, ਜੇ ਉਹਦਾ ਬੱਚੇ ਦਾ ਜਨਮ ਹੋਇਆ ਤਾਂ ਉਹਦੇ ਹਿਸਾਬ ਨਾਲ ਸੈਰੇਮਨੀਜ਼ ਹੋਣੀਆਂ ਨੇ, ਤੇ ਜੇ ਕਿਸੇ ਦੀ ਡੈਥ ਹੋਈ ਆ ਤਾਂ ਉਹਦੇ ਹਿਸਾਬ ਨਾਲ ਜਨਾਜ਼ਾ ਨਿਕਲਣਾ। ਤੇ ਸਿੱਖ ਭਾਈਚਾਰੇ ਨੇ ਕੀਰਤਪੁਰ ਸਾਹਿਬ ਵੀ ਜਾਣਾ, ਹਿੰਦੂਆਂ ਨੇ ਆਪਣੀ ਜਗ੍ਹਾ ਤੇ ਜਾਣਾ। ਯੂਨੀਫਾਰਮ ਸਿਵਲ ਕੋਡ ਦੇ ਨਾਲ ਐਸਾ ਕੁਝ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਜਿਹੜੀ ਗੱਲ ਤੇ ਮੈਂ ਤੁਹਾਨੂੰ ਲਿਆਉਣਾ ਚਾਹ ਰਿਹਾ ਸੀਗਾ ਕਿ ਐਸਾ ਤਾਂ ਹਲੇ ਕੋਈ ਐਪਰੀਹੈਂਸ਼ਨ ਹੋਈ ਨਹੀਂ ਕਿ ਜਿਹਦੇ ਤੇ ਇਹਨਾਂ ਨੇ ਆਪਣੇ ਖਦਸ਼ੇ ਦੱਸਣੇ ਸ਼ੁਰੂ ਕਰ ਦਿੱਤੇ ਕਿ ਆਹ ਨੁਕਸਾਨ ਹੋ ਜਾਊਗਾ। ਔਰ ਮਨਜੀਤ ਸਿੰਘ ਜੀ ਨੇ ਬੜਾ ਕਿਹਾ ਕਿ ਇਹਨਾਂ ਨੇ ਜੀ 9 ਸਾਲ ਚ ਕੀਤਾ ਕੀ ਆ। ਦੇਖੋ, ਮਨਜੀਤ ਸਿੰਘ ਜੀ SGPC ਦੇ ਮੈਂਬਰ ਨੇ ਤੇ SGPC ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਚੋਂ ਆਉਂਦੇ ਨੇ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਅੱਜ ਤੋਂ 2 ਸਾਲ ਪਹਿਲਾਂ ਤੱਕ ਤੇ ਸਾਡੇ ਭਾਈਵਾਲ ਸੀਗੇ ਔਰ ਸਾਡੇ ਹਰ ਕੰਮ ਦੇ ਵਿੱਚ ਸਾਡੇ ਨਾਲ ਖੜੇ ਸੀਗੇ। ਤੇ ਅੱਜ ਜੇ ਤੁਸੀਂ ਕਿਸੇ ਗੱਲਾਂ ਕਰਕੇ ਅਲਾਇੰਸ ਖਤਮ ਹੋ ਗਿਆ ਤਾਂ ਉਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਜਿਹੜੇ ਸਮਾਂ ਤੁਸੀਂ ਸਾਡੇ ਨਾਲ ਵੀ ਰਹੇ ਹੋ ਤੁਸੀਂ ਉਹਨੂੰ ਵੀ ਗਲਤ ਕਹੋ। ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਆ, ਇਹ ਇੱਕ ਵਿਚਾਰ ਆ, ਇੱਕ ਡਿਸਕਸ਼ਨ ਸ਼ੁਰੂ ਹੋਈ ਆ। ਔਰ ਡਿਸਕਸ਼ਨ ਦੇ ਵਿੱਚ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਏਗਾ। ਜੇ ਕਿਸੇ ਦੀ ਰਿਲੀਜੀਅਸ ਫੀਲਿੰਗਸ ਹਰਟ ਹੋਣਗੀਆਂ, ਇਹ ਕੋਈ ਜ਼ਰੂਰੀ ਜਵਾਬ ਲੈਣੇ ਸਰ। ਹੋਪਫੁਲੀ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਈ ਹੋਏਗੀ। ਖਾਲਿਦ ਸਾਹਿਬ, ਜਿਹੜੇ ਨਾਰੰਗ ਜੀ ਦੇ ਤਰਕ ਨੇ ਜੀ, ਉਹ ਦਮਦਾਰ ਨਜ਼ਰ ਆ ਰਹੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਕੁਰਾਨ ਦੇ ਵਿੱਚ ਕਲੀਅਰਲੀ ਦਿੱਤਾ ਹੋਇਆ ਹੈ ਕਿ ਆ ਇਨਹੈਰੀਟੈਂਸ ਦੇ ਲਾਜ਼ ਹਨ ਜੀ, ਔਰ ਉਸ ਲਾਅ ਦੇ ਮੁਤਾਬਕ ਸਾਰੀ ਪ੍ਰਾਪਰਟੀ ਡਿਸਟ੍ਰੀਬਿਊਟ ਹੋਣੀ ਹੈ।
यूनीफॉर्म सिविल कोड कहूगा कि नहीं जी ਅਸੀਂ ਤਾਂ ਇਸ ਗੱਲ ਨੂੰ ਨਹੀਂ ਮੰਨਦੇ, ਅਸੀਂ ਤਾਂ ਇਹ ਕਰਨਾ ਚਾਹੁੰਦੇ ਆ, ਤੇ क्या ਮੁਸਲਮਾਨਾਂ ਨੂੰ ਐਕਸੈਪਟੇਬਲ ਹੋਏਗਾ? ਨੰਬਰ 1। ਫਿਰ ਮੁਸਲਮਾਨਾਂ ਦੇ ਵਿੱਚ ਵੀ ਸ਼ੀਆ ਔਰ ਸੁन्नी, ਬਰੇਲਵੀ, ਦਿਓਬੰਦੀ, ਹਨਫੀ, ਉਹ ਸਾਰਿਆਂ ਦੇ ਅਲੱਗ-ਅਲੱਗ ਹੋਏ। ਵੋਰਾ ਕਮਿਊਨਿਟੀ ਜੀ, ਈਵਨ ਵਿਦਨ ਹਿੰਦੂਸ ਜਿਹੜੇ ਹੈਗੇ ਆ, ਸਾਊਥ ਦੇ ਅਲੱਗ ਤਰ੍ਹਾਂ ਦੇ ਆ, ਨਾਰਥ ਦੇ ਅਲੱਗ ਕਿਸਮ ਦੇ ਆ। ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਐਡਰੈਸ ਕਰੇਗਾ? ਦੇਖੋ, ਜਿਸ ਵੇਲੇ ਆਪਾਂ ਡਿਸਕਸ਼ਨ ਕਰ ਰਹੇ ਹਾਂ ਤਾਂ ਡਿਸਕਸ਼ਨ ਦਾ ਮਤਲਬ ਇਹ ਨਹੀਂ ਆਪਾਂ ਕੋਈ ਡਿਸੀਜਨ ਕਰ ਰਹੇ ਹਾਂ। ਡਿਸਕਸ਼ਨ ਦਾ ਮਤਲਬ ਹੈ ਕਿ ਜਨਤਾ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ ਕਿੱਥੇ ਹੈ ਹੀ ਨਹੀਂ ਜ਼ਰੂਰਤ, ਕਿਉਂਕਿ ਸਭ ਕੁਝ ਠੀਕ ਚੱਲ ਰਿਹਾ। ਅਗਰ 3 ਕਮਿਊਨਿਟੀ ਦੇ ਬੰਦੇ ਇੱਕੋ ਮਹੱਲੇ ਦੇ ਵਿੱਚ ਰਹਿੰਦੇ ਆ ਤਾਂ ਔਰ ਤਿੰਨੇ ਆਪਣੇ ਆਪਣੇ ਲਾਜ਼, ਬਲਕਿ ਇਹ ਤਾਂ ਇੱਕ ਗੁਲਦਸਤਾ ਬੰਦ ਹੈ। ਇਹ ਇੱਕ ਜਿਹੜਾ ਹੈਗਾ ਇੱਕ ਬੰਦਾ ਦੂਸਰੇ ਪਰ ਇੰਪੋਜ਼ ਨਹੀਂ ਕਰ ਰਿਹਾ, ਇੱਕ ਗੁਲਦਸਤਾ ਹੈ। ਤੁਸੀਂ ਆਪਣੇ ਲਾਅ, ਮੈਂ ਆਪਣੇ ਲਾਅ ਦੇ ਮੁਤਾਬਕ, ਲੇਕਿਨ ਫਿਰ ਵੀ ਅਸੀਂ ਆਈਡੀਆ ਆਫ ਇੰਡੀਆ ਦਾ ਮਤਲਬ ਹੀ ਇਹ ਹੈਗਾ ਕਿ ਡਿਫਰੈਂਟ ਕਿਸਮ ਦੇ ਲੋਕ, ਡਿਫਰੈਂਟ ਕਮਿਊਨਿਟੀਜ਼, ਡਿਫਰੈਂਟ ਰਿਲੀਜਨਸ, ਡਿਫਰੈਂਟ ਕਾਸਟ, ਡਿਫਰੈਂਟ ਰੇਸਿਸ, ਆਪਾਂ ਅਲੱਗ-ਅਲੱਗ ਆ ਲੇਕਿਨ ਫਿਰ ਵੀ ਇਕੱਠੇ ਆ ਜੀ। ਇਹ ਚੀਜ਼ ਨੂੰ ਉਹਨਾਂ ਦਾ ਤਰਕ ਜੋ ਸੀ, ਖਾਲਿਦ ਸਾਹਿਬ ਤੁਸੀਂ ਇੱਕ ਛੋਟਾ ਜਿਹਾ ਜਵਾਬ ਦੇ ਦਿਓ। ਮੈਂ ਮਨਜੀਤ ਜੀ ਵੀ ਵੇਟ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਕਿਸੇ ਦੇ ਵੀ ਰੀਤੀ ਰਿਵਾਜ ਦੇ ਉੱਤੇ ਕੋਈ ਫਰਕ ਨਹੀਂ ਪੈ ਰਿਹਾ ਨਾ। ਉਹ ਮੁਸਲਿਮ ਭਾਈਚਾਰਾ ਜਾਂ ਮੁਸਲਿਮ ਭਾਈਚਾਰੇ ਦੇ ਅੰਦਰ ਵੀ ਜੇ ਵੱਖ-ਵੱਖ, ਜਿਵੇਂ ਤੁਸੀਂ ਸ਼ੀਆ ਔਰ ਸੁन्नी ਦਾ ਜ਼ਿਕਰ ਕਰ ਰਹੇ ਹੋ, ਉਹਨਾਂ ਦੇ ਤਾਂ ਆਪਣੇ ਜਿਹੜੀਆਂ ਰੀਤੀ ਰਿਵਾਜ ਨੇ ਉਹ ਐਜ਼ ਇਟ ਇਜ਼ ਰਹਿਣਗੇ, ਉਹਨਾਂ ਨੂੰ ਤਾਂ ਕਿਸੇ ਤਰੀਕੇ ਨਾਲ ਹਿੱਟ ਨਹੀਂ ਕਰ ਰਿਹਾ। ਅਗਰ ਯੂਨੀਫਾਰਮ ਸਿਵਲ ਕੋਡ ਆਉਂਦਾ ਹੈ, ਅਗਰ ਯੂਨੀਫਾਰਮ ਸਿਵਲ ਕੋਡ ਆਉਂਦਾ ਹੈ ਤਾਂ ਡੈਫੀਨਿਟਲੀ ਉਹ ਮਾਈਨੋਰਿਟੀਜ਼ ਦੇ ਜਿਹੜੇ ਪਰਸਨਲ ਲਾਜ਼ ਹੈ ਉਹਨਾਂ ਨੂੰ ਹਿੱਟ ਕਰੇਗਾ ਹੀ ਕਰੇਗਾ। ਤੁਸੀਂ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਸਾਰਿਆਂ ਨੂੰ ਇਕੱਠੇ ਨਹੀਂ ਲੈ ਸਕਦੇ। ਫੋਰ ਐਗਜ਼ਾਮਪਲ ਇੱਕ ਮਾਮਲਾ ਦੱਸੋ ਜਿਹੜਾ ਤੁਹਾਨੂੰ ਲੱਗਦਾ ਕਿ ਡਾਇਰੈਕਟਲੀ ਹਿੱਟ ਕਰੇਗਾ। ਮੈਂ ਕਿਹਾ ਜੀ, ਮੈਂ ਤੁਹਾਨੂੰ ਇੱਕ ਮਾਮਲਾ ਦੱਸਦਾ। ਹਿੰਦੂ ਮੈਰਿਜ ਜਿਹੜੀ ਹੈਗੀ ਆ ਉਹਦਾ ਕਨਸੈਪਟ ਬਿਲਕੁਲ ਡਿਫਰੈਂਟ ਹੈ ਮੁਸਲਿਮ ਮੈਰਿਜ ਨਾਲੋਂ। ਮੁਸਲਿਮ ਮੈਰਿਜ ਇੱਕ ਸਿਵਲ ਕੰਟਰੈਕਟ ਹੈ, ਹਿੰਦੂਇਜ਼ਮ ਦੇ ਵਿੱਚ ਇਹ ਨਹੀਂ ਹੈ, ਤਾਂ ਉਹਨੂੰ ਲਾਅ ਕਿਵੇਂ ਐਡਰੈਸ ਕਰੇਗਾ? ਨੰਬਰ 2, ਜਿਹੜੇ ਇਨਹੈਰੀਟੈਂਸ ਦੇ ਮਾਮਲੇ ਹੈ, ਜਿਹੜਾ ਹਿੰਦੂ ਜੀ ਕੰਪਲੀਟ ਕਰ ਲਓ, ਜਿਹੜਾ ਹਿੰਦੂ ਕੋਡ ਬਿੱਲ ਹੈ, ਹਿੰਦੂ ਕੋਡ ਬਿੱਲ ਦੇ ਮੁਤਾਬਕ ਇਨਹੈਰੀਟੈਂਸ ਡਿਫਰੈਂਟ ਹੈ ਔਰ ਇਸਲਾਮ ਦੇ ਮੁਤਾਬਕ, ਕੁਰਾਨ ਦੇ ਮੁਤਾਬਕ, ਜਿਹਨੂੰ ਕਿ ਇਸਲਾਮ ਮੁਸਲਮਾਨ ਕਿਸੇ ਵੀ ਸੂਰਤ ਚ ਛੱਡ ਨਹੀਂ ਸਕਦਾ, ਉਹਦੇ ਵਿੱਚ ਬਿਲਕੁਲ ਡਿਫਰੈਂਟ ਹੈ। ਕਿਉਂਕਿ ਕੁਰਾਨ ਦੇ ਵਿੱਚ ਜੋ ਲਿਖਿਆ ਹੋਇਆ ਹੈ ਉਹ ਸਰਵ ਉੱਚ ਹੈ, ਸਰਵ ਸ੍ਰੇਸ਼ਟ ਹੈ, ਉਹ ਤੋਂ ਮੁਸਲਮਾਨ ਦੂਰ ਨਹੀਂ ਹੋ ਕੀਤਾ ਜਾ ਸਕਦਾ। ਅਗਰ ਉਹ ਕੀਤਾ ਜਾਂਦਾ ਹੈ ਤਾਂ ਉਹਦੇ ਨਾਲ ਬਹੁਤ ਵੱਡਾ ਧੱਕਾ ਹੋਏਗਾ। ਉਹ ਫਿਰ ਮੁਸਲਿਮ ਕਮਿਊਨਿਟੀ ਡਿਸਾਈਡ ਕਰੇਗੀ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਲੈਣਾ। ਪਰ ਜੇ ਅਮਰੀਕਾ ਦੇ ਵਿੱਚ ਇਹ ਹੋਇਆ, ਉੱਥੇ ਵੀ ਮੁਸਲਿਮ ਭਾਈਚਾਰੇ ਦੇ ਲੋਕ ਰਹਿ ਰਹੇ ਨੇ। ਤੁਸੀਂ ਜੀ ਅਮਰੀਕਾ ਦੇ, ਮੈਨੂੰ ਨਹੀਂ ਪਤਾ ਅਮਰੀਕਾ ਦੀ ਸੁਸਾਇਟੀ ਕਿਸ ਤਰ੍ਹਾਂ ਦੀ ਹੈ ਜਾਂ ਇਜਿਪਟ ਦੀ ਸੁਸਾਇਟੀ ਕਿਸ ਤਰ੍ਹਾਂ ਦੀ ਹੈ। ਮੈਂ ਇੰਡੀਆ 'ਚ ਬੈਠਾ, ਤੁਸੀਂ ਇੰਡੀਆ 'ਚ ਬੈਠੇ ਹੋ, ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ। ਜੇ ਤੁਹਾਨੂੰ ਅਮਰੀਕਾ ਦੇ ਲਾਅ ਜ਼ਿਆਦਾ ਵਧੀਆ ਲੱਗਦੇ ਤੁਸੀਂ ਅਮਰੀਕਾ ਚਲੇ ਜਾਓ, ਲੇਕਿਨ ਜਿੱਥੇ ਤੱਕ ਸਾਡੇ ਲਾਅ ਦਾ ਸਵਾਲ ਹੈ, ਸਾਡੀ ਕਮਿਊਨਿਟੀ, ਸਾਡਾ ਸਮਾਜ ਸਾਡਾ ਡਿਸਾਈਡ ਕਰੂਗਾ, ਸਾਡੇ ਸਟੇਕ ਹੋਲਡਰ ਡਿਸਾਈਡ ਕਰਨਗੇ, ਨਾ ਕਿ ਕੋਈ ਸਰਕਾਰ। ਕਿਉਂਕਿ ਉਹ ਤਾਂ ਵੈਲਿਡ ਪੁਆਇੰਟ ਹੈ। ਪਰ ਦੇਖੋ ਖਾਲਿਦ ਸਾਹਿਬ, ਆਪਾਂ ਜਦੋਂ ਗੱਲ ਕਰਦੇ ਨਾ ਕਿਸੇ ਵੀ ਪੁਆਇੰਟ ਨੂੰ ਲੈ ਕੇ, ਤਾਂ ਫਿਰ ਵੈਸਟਰਨ ਕੰਟਰੀਜ਼ ਹੋਣ ਜਾਂ ਜਿਹੜੇ ਦੇਸ਼ਾਂ ਦੇ ਵਿੱਚ ਆਲਰੇਡੀ ਉਹ ਚੀਜ਼ਾਂ ਹੁੰਦੀਆਂ ਉਹਦੇ ਨਾਲ ਕੰਪੇਅਰ ਕੀਤਾ ਜਾਂਦਾ। ਇਸ ਕਰਕੇ ਮੈਂ ਅਮਰੀਕਾ, ਆਇਰਲੈਂਡ ਵਰਗੇ ਦੇਸ਼ਾਂ ਦਾ ਜ਼ਿਕਰ ਕਰ ਰਿਹਾ ਕਿ ਜਿਹੜੇ ਬਹੁਤ ਐਡਵਾਂਸ ਆਪਣੇ ਆਪ ਨੂੰ ਕਹੇ ਜਾਂਦੇ ਨੇ, ਜਿਨ੍ਹਾਂ ਦਾ ਜ਼ਿਕਰ ਗੌਰਵ ਜੀ ਖੁਦ ਕਹਿਤਾ ਹਰ ਸੁਸਾਇਟੀ ਡਿਫਰੈਂਟ ਹੈ। ਨਹੀਂ, ਉਹ ਨੋ ਡਾਊਟ ਉਹ ਤਾਂ ਹੈ ਸਰ। ਨਾਰੰਗ ਸਾਹਿਬ, ਮੈਂ ਛੋਟਾ ਕਮੈਂਟ ਜ਼ਰੂਰ ਹੈ। ਹਾਂ ਠੀਕ ਹੈ ਨਾਰੰਗ ਸਾਹਿਬ, ਬਹੁਤ ਛੋਟਾ ਕਮੈਂਟ। ਦੇਖੋ, ਜਿਹੜੀ ਗੱਲ ਖਾਲਿਦ ਸਾਹਿਬ ਕਰ ਰਹੇ ਨੇ, ਮੈਂ ਤਾਂ ਪਹਿਲਾਂ ਹੀ ਉਹਨਾਂ ਦੀ ਗੱਲ ਦਾ ਜਵਾਬ ਦੇ ਚੁੱਕਾ ਕਿ ਇਹ ਤਾਂ ਹਲੇ ਡਿਸਕਸ਼ਨ ਆ, ਵਿਚਾਰ ਆ। ਵਿਚਾਰ ਦੇ ਵਿੱਚ ਸਾਰੀਆਂ ਜਿਹੜੀ ਜਥੇਬੰਦੀਆਂ ਉਹਨਾਂ ਦੇ ਸੁਝਾਅ ਮੰਗੇ ਜਾ ਰਹੇ ਨੇ। ਉਸ ਤੋਂ ਬਾਅਦ ਜੇ ਕੋਈ ਆਏਗਾ ਜੀ ਤਾਂ ਉਹਦੇ ਤੇ ਵਿਚਾਰ ਕੀਤਾ ਜਾ ਸਕਦਾ। ਨਹੀਂ, ਇੱਕ ਵਿਚਾਰ ਦੀ ਗੱਲ ਹੁੰਦੀ ਹੈ ਨਾਰੰਗ ਸਾਹਿਬ। ਖਾਲਿਦ ਜੀ ਦੀ ਗੱਲ ਤੋਂ ਜਿੰਨਾ ਮੈਂ ਸਮਝ ਪਾਇਆ ਕਿ ਇਸ ਦੇ ਉੱਤੇ ਵਿਚਾਰ ਕਰਨ ਦੀ ਵੀ ਲੋੜ ਨਹੀਂ। खालिद साहब यही कह रहे हैं ਤੁਸੀਂ कि बस डिस्कशन की कोई लोग नहीं है क्योंकि ऑलरेडी ये बहुत क्लियर है। ऐसा नहीं है, ऐसा नहीं है। ट्रिपल तलाक इस्लाम ਦੇ ਵਿੱਚ ਸੀਗਾ ਜੀ, ਉਹਦੇ ਤੇ ਕਾਨੂੰਨ ਬਣਿਆ, ਉਹ ਕਾਨੂੰਨ ਤੇ ਸੁਪਰੀਮ ਕੋਰਟ ਦੀ ਮੋਹਰ ਲੱਗੀ ਔਰ ਅੱਜ ਮੁਹੰਮਦਨ ਜਿਹੜੇ ਸਭ ਤੋਂ ਜ਼ਿਆਦਾ ਖੁਸ਼ ਨੇ, ਜ਼ਿਆਦਾ ਖੁਸ਼ ਨੇ ਕਿ ਉਹਨਾਂ ਨੂੰ ਉਹਨਾਂ ਦਾ ਰਾਈਟ ਮਿਲਿਆ। ਗੌਰਵ ਜੀ ਮੈਂ ਦੱਸਦਾ, ਵਿੱਚ ਨਾ ਬੋਲੋ ਖਾਲਿਦ ਸਾਹਿਬ, ਵਿੱਚ ਨਾ ਬੋਲੋ, ਅੱਛਾ ਨਹੀਂ ਲੱਗਦਾ ਪਲੀਜ਼। ਜਿਹੜੀ ਠੀਕ ਹੈ, ਮੈਂ ਆ ਰਿਹਾ ਖਾਲਿਦ ਸਾਹਿਬ, ਆਉਂਗਾ ਤੁਹਾਡੇ ਕੋਲ। ਜਿਹੜੀ ਕੋਈ ਟ੍ਰਿਪਲ ਤਲਾਕ ਨੂੰ ਵੀ ਇਸ ਸਰਕਾਰ ਨੇ ਕਾਨੂੰਨ ਬਣਾ ਕੇ ਲਿਆਂਦਾ, ਉਹ ਤਾਂ ਸੁਪਰੀਮ ਕੋਰਟ 'ਚ ਵੀ ਡਿਸਕਸ਼ਨ ਹੋਈ। ਅਸੀਂ ਕਹਿੰਦੇ ਜਿਹੜਾ ਸਭ ਦਾ ਬਰਾਬਰ ਹੱਕ ਹੋਣਾ, ਦੇਸ਼ ਅੱਗੇ ਕਿੱਦਾਂ ਵਧੇਗਾ? ਗੌਰਵ ਜੀ, ਜੇ ਸਾਰਿਆਂ ਦੇ ਕਾਨੂੰਨ ਬਰਾਬਰ ਹੋਏਗਾ ਤਾਂ ਹੀ ਦੇਸ਼ ਅੱਗੇ ਵਧੇਗਾ ਨਾ। ਹੁਣ ਜਿਹੜੀ ਗੱਲ ਮਨਜੀਤ ਸਿੰਘ ਜੀ ਕਰਦੇ ਨੇ ਜਾਂ ਜਿਹੜੀ ਗੱਲ ਇਹਨਾਂ ਨੇ ਖਾਲਿਦ ਸਾਹਿਬ ਨੇ ਕੀਤੀ ਆ ਕਿ ਕੋਈ ਜ਼ਰੂਰਤ ਨਹੀਂ ਹੈ। ਦੇਖੋ, ਸਮੇਂ ਦੇ ਨਾਲ ਜ਼ਰੂਰਤਾਂ ਬਦਲਦੀਆਂ ਰਹਿੰਦੀਆਂ ਨੇ, ਵਿਚਾਰ ਹੋਣੇ ਚਾਹੀਦੇ ਨੇ। ਡੈਮੋਕ੍ਰੈਟਿਕ ਸਿਸਟਮ 'ਚ ਆਪਾਂ ਰਹਿੰਦੇ ਆ, ਇੱਥੇ ਕੋਈ ਆਰਡੀਨੈਂਸ ਤਾਂ ਨਹੀਂ ਹੈ ਨਾ ਕਿ ਰਾਤੋਂ ਰਾਤ ਕੁਝ ਕਰ ਦਿੱਤਾ ਗਿਆ। ਇੱਕ ਡਿਸਕਸ਼ਨ ਹੋ ਰਹੀ ਆ,
ਔਰ ਡਿਸਕਸ਼ਨ ਦੇ ਵਿੱਚ ਹਰ ਧਰਮ ਦਾ ਖਿਆਲ ਰੱਖਿਆ ਜਾਊਗਾ ਔਰ ਕਿਸੇ ਦੀ ਵੀ ਰਿਲੀਜੀਅਸ ਫੀਲਿੰਗ ਹਰਟ ਨਹੀਂ ਹੋਣਗੀਆਂ। ਮੈਂ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦੇ ਨਾਤੇ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਪੁਆਇੰਟ ਆ ਗਿਆ। ਮੇਰਾ ਸਵਾਲ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਮਨਜੀਤ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ट्रिपल तलाक बारे जरूर खालिद साहब कुछ कहना चाह रहे हैं। खालिद साहब मैं तुहाडे कोल आऊंगा, पर पहला मैं एक बारी मनजीत सिंह जी का रुख कर लवां। मनजीत सिंह जी, जो मैं सवाल किया सी खालिद साहब नूं कि कोई एक केस दसो या एक मामला फॉर एग्जाम्पल तुसीं जेकर समझा सको कि जेकर यूसीसी इंप्लीमेंट हो गया तो फिर वो सिख भाईचारे दे उत्ते किवें तुहानूं लगदा है कि इंप्लीमेंट जो होएगा वो ठीक नहीं होएगा सिख भाईचारे दे लई? गौरव जी, मैं कहना चाहना है ये गुड़ दे विच जहर मिला के देण दे बराबर आ। ये जिहड़ी गल करन डए आ ना भी एक कोड चाहिदा, एक कानून चाहिदा, एक देश चाहिदा, एक तरक्की चाहिदी है, सारियां गलत गल्लां करन डए आ। ये सिर्फ मिनोरिटी नूं दबाउण वास्ते और उन्हां ते अपने कानून लागू करन वास्ते और हिंदुस्तान ਦੀਆਂ ਵੋਟਾਂ ਲੈਣ ਵਾਸਤੇ। ਜਦੋਂ ਦੇਸ਼ ਸਹੀ ਵਸ ਰਿਹਾ ਹੈ, ਦੇਸ਼ ਖੁਸ਼ੀ ਆ ਜੀ, ਉਹ ਸਾਰੇ ਧਰਮਾਂ ਦੇ ਲੋਕ ਰਹਿ ਰਹੇ ਆ ਔਰ ਉਹਨਾਂ ਦੇ ਰੀਤੀ ਰਿਵਾਜ ਵੱਖਰੇ ਆ, ਆਪਾਂ ਫਿਰ ਉਹਨਾਂ ਨੂੰ ਕੀ ਕਰਨਾ ਚਾਹੁੰਦੇ? ਉਹਨਾਂ ਦੇ ਕੋਈ ਲਿੰਬਾ ਪੋਚੀ ਕਰਨਾ ਚਾਹੁੰਦੇ ਆ, ਕੋਈ ਉਹਨਾਂ ਤੇ ਕਾਨੂੰਨ ਬਣਾਉਣਾ ਚਾਹੁੰਦੇ ਆ, ਜਾਂ ਬਹੁ ਗਿਣਤੀ ਨੂੰ ਖੁਸ਼ ਕਰਨਾ ਚਾਹੁੰਦੇ ਕੀ ਆ ਆਪਾਂ? ਆਫਟਰ ਆਲ ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਇਹ ਆਪਾਂ ਕਰਨਾ ਕਿਉਂ ਚਾਹੁੰਦੇ ਆ। मैं उस सवाल का जवाब लेने की कोशिश करांगा, पर गल ये ना कि मतलब नुकसान की होएगा? नहीं, देखो ਜਦੋਂ ਵੀ ਕੋਈ ਕਾਨੂੰਨ ਬਣਦਾ ਨਾ ਮਨਜੀਤ ਸਿੰਘ ਜੀ, ਜਦੋਂ ਵੀ ਕੋਈ ਕਾਨੂੰਨ ਬਣਦਾ ਉਸ ਦੇ ਉੱਤੇ ਡਿਸਕਸ਼ਨਸ ਹੁੰਦੀਆਂ ਨੇ, ਗੱਲਬਾਤ ਹੁੰਦੀ ਹੈ।